ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुरां दे हजूर जुड़ मिल बैठे रब रूप गुरमुख सत्संगी जन सतगुरु जी की बख्शिश महरामत का सदका गुरु चरणों विच जुड़ के बहन का समा नसीब होया। सतगुरु जी की प्यारी अमृतमय बाणी का कीर्तन गुरु के प्यारे कीर्तनिया पासों आदमी ने सरवण किया। सतगुरु जी के दर ते जुड़ के सतगुरु जी की हजूरी अंदर बह के गुरु की बाणी द्वारा वाहिगुरु नाल जुड़न का सांझ पाउण का निमाणा जिहा उपराला यतन कर रहे हैं। सतगुरु रहमत करदे समझाते हैं कि वाहिगुरु की इस कुदरत विच बेअंतता अनेकता नज़र आउंदी है। इत्थे बेअंत जीव जंत ने, बेअंत पशु पंछी, बेअंत मनुख, सब वखो वखरे ने, सब दे अंदर भिन्नता है। सब दे अंदर रूप करके, रंग करके, सोचण समझण करके सब दे अंदर भिन्नता पाई जाती है। इसलिए कोई आकार करके किस तरह का है, कोई आकार करके किस तरह का है, कोई रंग करके गोरा ते कोई रंग करके काला, कोई दरम्याना, कोई उच्चा ते कोई लंबा, कोई नीवा कद करके, कोई किसी जगह वसदा है, कोई किसी जगह वसदा है। सब पशु पंछी मनुख इस तरह ही वख वख भिन्नतावां दे नाल नज़र आउंदे ने। सब दे अंदर भिन्नता पाई जाती है। सतगुरु कहते कि सब वखरेवे ने, सब भिन्नतावां ने, सब दे होण दे बावजूद भी, सब भिन्नतावां दे बावजूद भी एक समानता है सब दे अंदर। जिमें पंज तत्त ने जिन्हां तो यह संसार होंद विच आउंदा है। बेशक वो पंज ने पर वो पंज एक तो ही जन्मे ने। उन्हां पंजां दी उत्पत्ति एक तो ही है ते वो एक सब दे अंदर है, वही एक। इसलिए सतगुरु कहते सब बेशक भिन्न भिन्न नज़र आउंदे ने, सब दे रूप रंग वखो वखरे ने, सब दा आकार वखो वखरा है, पर सब दे अंदर जोत उस परमेश्वर दी ही है। सब दे अंदर नूर उस खुदा दा ही है। उस वाहिगुरु दी ही एक जोत सब दे अंदर विराजमान है। इस करके सतगुरु कहते वो मेरा वाहिगुरु एक ही है। गुरु नानक साहिब महाराज कहते ने साहिब मेरा एको है, एको है भाई एको है। मेरा वो वाहिगुरु एक है, इको ही है मेरा परमेश्वर। मेरा कोई वो परमेश्वर कोई बहुत
ਰੂਪਾਂ ਵਿੱਚ ਵੰਡਿਆ ਹੋਇਆ ਨਹੀਂ, ਉਹ ਇੱਕੋ ਹੀ ਹੈ। ਇਸ ਲਈ ਉਹ ਕੋਈ 3 ਕੋਈ 33 ਜਾਂ ਕੋਈ 33 ਕਰੋੜ ਜਾਂ ਕੋਈ ਇਸ ਤੋਂ ਜ਼ਿਆਦਾ ਨਹੀਂ, ਉਹ ਇੱਕ ਹੈ। ਉਹ ਸਿਰਫ ਇੱਕ, ਉਹੀ ਜਨਮਦਾਤਾ, ਉਹੀ ਪਾਲਣ ਵਾਲਾ, ਉਹੀ ਮਾਰਨ ਵਾਲਾ, ਉਹੀ ਸੁੱਖ ਦਾ ਦਾਤਾ, ਉਹੀ ਦੁੱਖ ਦਾ ਦਾਤਾ। ਉਹਦੇ ਤੋਂ ਹੀ ਦਿਨ, ਉਹਦੇ ਤੋਂ ਹੀ ਰਾਤ ਹੈ, ਉਹਦੇ ਤੋਂ ਹੀ ਸਭ ਕੁਝ ਹੈ। ਇਸ ਲਈ ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਮੈਂ ਜਿੱਥੇ ਦੇਖਦਾ ਵਾਂ ਉਹੀ ਨਜ਼ਰ ਆਉਂਦਾ, ਕਿਉਂਕਿ ਹੁਣ ਭਿੰਨ ਭੇਦ ਸਭ ਡਿੱਗ ਪਏ। ਹੁਣ ਮੰਦਿਰ ਵਿੱਚ ਵੀ ਉਹੀ ਦਿਸ ਪੈਂਦਾ ਹੈ ਤੇ ਗੁਰਦੁਆਰੇ ਵਿੱਚ ਵੀ, ਹੁਣ ਮਸਜਿਦ ਵਿੱਚ ਵੀ ਉਹੀ ਦਿਸ ਪੈਂਦਾ ਹੈ ਤੇ ਚਰਚ ਵਿੱਚ ਵੀ, ਕਿਉਂਕਿ ਕੁਝ ਅੰਤਰ ਹੈ ਹੀ ਨਹੀਂ। ਅੰਤਰ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸਾਡਾ ਆਪ ਦਾ ਅਹੰਕਾਰ ਜਿਉਂਦਾ ਹੈ, ਸਾਡੀ ਹਉਮੈ ਜਿਉਂਦੀ ਹੈ, ਉਨੀ ਦੇਰ ਤੱਕ ਭਿੰਨ ਭੇਦ ਨੇ। ਜਦੋਂ ਤੱਕ ਅਸੀਂ ਵਾਹਿਗੁਰੂ ਨਾਲ ਨਹੀਂ ਜੁੜੇ, ਉਦੋਂ ਤੱਕ ਅਸੀਂ ਉਸ ਨੂੰ ਵੱਖ-ਵੱਖ ਕਰਕੇ ਜਾਣਦੇ ਹਾਂ। ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਤਾਂ ਫਿਰ ਉਹ ਇੱਕ ਹੀ ਜਾਣਿਆ ਜਾਂਦਾ ਹੈ, ਉਸ ਇੱਕ ਨੂੰ ਹੀ ਜਾਣਦੇ ਹਾਂ। ਫਿਰ ਉਹ ਇੱਕ ਹੀ ਨਜ਼ਰ ਆਉਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਉਸ ਇੱਕ ਵਾਹਿਗੁਰੂ ਨੂੰ ਜਾਣ। ਇਸ ਲਈ ਤੇ ਸਾਡੇ ਸਮਾਜ ਦੀ ਜਿਹੜੀ ਧਾਰਨਾ ਰਹੀ ਹੈ ਨਾ, ਉਹ ਇੱਕ ਨਾਲ ਹੀ ਜੁੜ ਕੇ ਹੈ। ਮਾਂ, ਬਾਪ, ਪਤਨੀ, ਪਤੀ, ਸਾਡੇ ਸਮਾਜ ਨੂੰ ਵਿਵਸਥਿਤ ਇਸ ਤਰ੍ਹਾਂ ਕੀਤਾ ਗਿਆ, ਇਸ ਤਰ੍ਹਾਂ ਵਿਵਸਥਿਤ ਕੀਤਾ ਗਿਆ ਕਿ ਇੱਕ ਨਾਲ ਸਾਂਝ ਪਵੇ, ਇੱਕ ਨਾਲ। ਜਿਸ ਮਾਂ ਰਾਹੀਂ ਅਸੀਂ ਜਨਮ ਲੈਂਦੇ ਹਾਂ, ਜਿਸ ਪਿਤਾ ਰਾਹੀਂ ਅਸੀਂ ਜਨਮਦੇ ਹਾਂ, ਸਾਡੇ ਮਨ ਅੰਦਰ ਇਹ ਧਾਰਨਾ ਪੱਕੀ ਹੁੰਦੀ ਹੈ ਕਿ ਮਾਂ ਕਦੇ ਬਦਲੀ ਨਹੀਂ ਜਾ ਸਕਦੀ, ਪਿਤਾ ਕਦੇ ਬਦਲਿਆ ਨਹੀਂ ਜਾ ਸਕਦਾ। ਪਿਤਾ ਉਹੀ ਰਹਿੰਦਾ ਜੋ ਹੈ, ਮਾਂ ਉਹੀ ਰਹਿੰਦੀ ਹੈ ਜੋ ਹੈ, ਭੈਣ ਭਾਈ ਉਹੀ ਰਹਿੰਦੇ ਨੇ ਜੋ ਹਨ, ਉਹੀ। ਜਿਵੇਂ ਇਹਨਾਂ ਨੂੰ ਨਹੀਂ ਬਦਲਿਆ ਜਾ ਸਕਦਾ, ਇਹ ਇੱਕੋ ਹੀ ਨੇ, ਮਾਂ ਇੱਕ ਹੀ ਹੁੰਦੀ ਹੈ। ਬੇਸ਼ੱਕ ਮਾਂ ਵਰਗੀਆਂ ਔਰਤਾਂ ਹੋਰ ਵੀ ਨੇ, ਉਹਨਾਂ ਨੂੰ ਵੀ ਮਾਂ ਕਿਹਾ ਜਾ ਸਕਦਾ ਹੈ, ਪਰ ਮਾਂ ਉਹੀ ਜਿਹਨੇ ਜਨਮ ਦਿੱਤਾ ਹੈ। ਮਾਂ ਇੱਕੋ ਹੀ ਹੈ। ਮੂੰਹ ਬੋਲੀਆਂ ਮਾਵਾਂ ਹੋਰ ਹੋ ਸਕਦੀਆਂ, ਧਰਮ ਦੀ ਮਾਂ ਹੋਰ ਵੀ ਹੋ ਸਕਦੀ, ਪਰ ਜਿਹਨੇ ਜਨਮ ਦਿੱਤਾ ਹੈ ਅਸਲ ਮਾਂ ਤਾਂ ਉਹੀ ਹੈ। ਸਤਿਗੁਰੂ ਕਹਿੰਦੇ ਕੁਛ ਐਸਾ ਹੀ ਜਾਣ, ਕੁਝ ਐਸਾ ਹੀ ਸਮਝ ਕਿ ਉਹ ਵਾਹਿਗੁਰੂ ਇੱਕੋ ਹੀ ਹੈ। ਉਹ ਕਦੇ ਬਦਲਦਾ ਨਹੀਂ, ਉਹ ਕਦੇ ਭਿੰਨ ਨਹੀਂ ਹੁੰਦਾ। ਮੇਰਾ ਉਹ ਮਾਲਿਕ ਇੱਕ ਹੀ ਹੈ। ਉਸ ਇੱਕ ਨਾਲ ਜੁੜ ਕੇ ਹੀ ਅਸੀਂ ਸਭ ਨਾਲ ਜੁੜ ਪਾਉਂਦੇ ਹਾਂ, ਕਿਉਂਕਿ ਉਹ ਵਾਹਿਗੁਰੂ ਇੰਨਾ ਵਿਸ਼ਾਲ ਹੈ, ਇੰਨਾ ਜ਼ਿਆਦਾ ਉਹਦਾ ਵਿਸਥਾਰ ਹੈ ਕਿ ਉਹਦੇ ਨਾਲ ਜੁੜ ਕੇ ਅਸੀਂ ਹਰ ਇੱਕ ਬੰਦੇ ਨਾਲ ਜੁੜ ਜਾਂਦੇ ਹਾਂ। ਉਹਦੇ ਨਾਲ ਜੁੜ ਕੇ ਹਰ ਇੱਕ ਨਾਲ ਸਾਂਝ ਪੈ ਜਾਂਦੀ ਹੈ, ਚਾਹੇ ਉਹ ਕੈਸਾ ਵੀ ਹੋਵੇ ਸ਼ਕਲ ਸੂਰਤ ਕਰਕੇ, ਚਾਹੇ ਉਹ ਕੈਸਾ ਵੀ ਹੋਵੇ, ਕਿਸੇ ਵੀ ਬੋਲੀ ਭਾਸ਼ਾ ਨਾਲ ਸੰਬੰਧ ਰੱਖਦਾ ਹੋਵੇ, ਅਸੀਂ ਹਰ ਇੱਕ ਨਾਲ ਜੁੜ ਜਾਂਦੇ ਹਾਂ ਜਦੋਂ ਅਸੀਂ ਉਸ ਵਾਹਿਗੁਰੂ ਨਾਲ ਜੁੜਦੇ ਹਾਂ। ਇਸ ਲਈ ਸਤਿਗੁਰੂ ਕਹਿੰਦੇ ਉਸ ਇੱਕ ਨਾਲ ਜੁੜ, ਉਸ ਇੱਕ ਨਾਲ ਸਾਂਝ ਪਾ।
क्योंकि उस एक तो बिना दूसरा कोई है ही नहीं। औरत अंदर भी वही, मर्द अंदर भी वही, पशु पंछी जानवर अंदर भी वही, मनुख अंदर भी वही, पेड़ पौधे अंदर भी वही है, जंगलां बना वनस्पति सब दे विच वही है, दिसदे विच भी ते अणदिसदे विच भी। जो साडी पकड़ विच आउंदा है उस विच भी, ते जो साडी पकड़ विच नहीं आउंदा उस विच भी वही है। सब थाई वही। इसलिए सतगुरु कहते इक्को ही है मेरा मालिक, मेरा ओ वाहिगुरु एक है, वख वख नहीं, हजारा नहीं, एको है भाई, एको है साहिब मेरा एको है। सतगुरु कहते इको है मेरा साहिब, साहिब मेरा एको है। एक जिमें पति ਜਾਂ पत्नी एक ही ਹੁੰਦੇ ਨੇ, कोई ये थोड़ी ना कि बहुत सारियां पत्नियां ਜਾਂ बहुत सारे पति ਹੁੰਦੇ ਨੇ, नहीं, वो एक ही, क्योंकि उस एक दे राही उस वाहिगुरू नाल जुड़िया जाना है। इसलिए सतगुरु सोझी दिंदे ने कि उस वाहिगुरू नाल जुड़ जिहड़ा एक है, उसनूं जान, उसनूं इस अनेकता विचों पहचान लै। ख्याल रखना कि उसनूं सब दे अंदर वसदा होया जानण लई एक नाल जुड़ना पैंदा है। गुरु बहुत ने इस संसार अंदर, पर किसी एक गुरु नाल जुड़ना पवेगा। सारियां नाल तां जुड़ नहीं सकोगे, क्योंकि सारियां नाल जुड़ोगे तो वाहिगुरू नाल नहीं जुड़ सकोगे, परमेश्वर नाल नहीं जुड़ सकोगे। एक नाल जुड़ना पवेगा, इसलिए एक गुरु चुनना पैंदा है। एक मार्ग, मार्ग बहुत सारे ने, मंदिर भी है, गुरुद्वारा भी है, मस्जिद भी है, चर्च भी है, कोई बोधि धाम भी है, मार्ग ते बहुत सारे ने, पर चुनना किसे एक नूं पैना है, एक नूं पकड़ना पैना है। एक नूं पकड़ के ही उस एक नाल जुड़ सकोगे। पर लोग की कहंदे ने, लोग कहंदे जी सारियां नूं पकड़ लईए, वो सारियां नूं तां पकड़ लैंदे ने पर पहुंच नहीं पाते, पहुंच नहीं पाते, उस वाहिगुरू नाल सांझ नहीं पैंदी, उस परमेश्वर नाल संबंध नहीं जुड़ पाता। वाहिगुरू नाल जुड़ नहीं पाते तो वह राह विच ही रुक जाते हैं। सतगुरु कहते चाले थे हर मिलन को बीचे अटक्यो चीत, ते चित्त विचे अटक गया, मन वो विचे अटक गया, रुक गया, वाहिगुरू नूं मिल ही ना सके। चले तो सन, बहुत सारे लोग ने जिहड़े धर्म वाले पासे तुरदे ने, करोड़ां लोग, पर पहुंचदा कोई एक है उस वाहिगुरू दे दर, अपड़दा कोई एक है। सब नहीं अपड़दे, सब नहीं पहुंचदे, क्यों? क्योंकि सब अपने आप नूं बहुत थाई वंड लैंदे ने। लोग इस गल नूं जान नहीं पाते, इसनूं समझना जरा। जदों तुसीं सिख दी परिभाषा पढ़ोगे ना रहत मर्यादा विच, तो उत्थे एक गल लिखी है बड़ी प्यारी है कि जो इस्त्री जां पुरुष एक अकाल पुरख 10 गुरु साहिबान, गुरु नानक साहब तो लैके गुरु गोबिंद सिंह जी तक, जो इस्त्री जां पुरुष एक अकाल पुरख 10 गुरु साहिबान, गुरु नानक साहब तो लैके गुरु गोबिंद सिंह साहब महाराज तक गुरु ग्रंथ साहब दी बाणी अते सिखियावां दे उपर निश्चा रखदा है, अते दशमेश जी दे अमृत दे उत्ते निश्चा रखदा है, किसे होर धर्म नूं नहीं मनदा वो सिख है। हुण जिहड़ी गल रही
कि अमृत तक कि अमृत के उत्ते निश्चा रखता है, इत्थों तक तो बहुते लोग राजी हो जाते हैं, ठीक है जी। पर जदों गल आउंदी है कि किसी होर धर्म नूं नहीं मनदा, इत्थे लोकां दा तर्क खड़ा हो जाता है। वो कहंदे जी दूसरे नूं मनदा ही नहीं। हुण वो मनदे नूं समझ नहीं पाते कि इहनूं की कहीए। मनण दा मतलब की है? मनण दा मतलब है कि वो उन्हां नूं इष्ट दी तरह नहीं मनदा। इष्ट अपने गुरु नूं अकाल पुरख नूं ही मनदा बस, पर उन्हां दी निंदा नहीं करदा, उन्हां नूं माड़ा नहीं कहंदा। अपने गुरु तो वध के किसी नूं जाणदा नहीं, पर दूसरे नूं माड़ा भी नहीं कहंदा है। पर छोटी बुद्धि वाले बंदे दे कोलों ये गल समझ नहीं हुंदी, उन्होंने समझ नहीं पैंदी इस गल की। इसलिए इस गल नूं जानना कि हर बंदा जिहड़ा जिथे लगा होया, चाहे कोई वो हिंदू धर्म नूं फॉलो करदा होवे, चाहे इस्लाम नूं जां क्रिश्चियनिटी नूं जां सिखिज़म नूं जां बुद्ध नूं जां जैन नूं जां यहूदी मत नूं जां कोई भी, वो जिथे भी लगा होया, जिथे भी किसी की सुरती बिरती टिकी हुई है, उन्होंने उत्थे रहना चाहिए। उन्होंने उस तो इलावा किसी होर मार्ग वाल नूं देखना ही नहीं चाहिए, उन्नी देर तक जिन्नी देर तक वो पूरा जोर ना ला हटे। वो पूरियां साधना तसल्ली बख्श पूरियां धर्म दियां प्रक्रियावां नूं ईमानदारी नाल शरधा नाल करना हटे, ते करन तो बाद जे उसनूं कुछ हासिल ना होवे फिर उन्होंने राह बदलना चाहिए, फिर उन्होंने मार्ग बदल लेना चाहिए। सियाणप यही कहती है, सूझबूझ यही कहती। पर बहुत सारे लोग उन्होंने हासिल कुछ भी नहीं हुंदा, वो लगे रहंदे ने धर्म दीयां क्रियावां विच, सालां बद्धी लगे रहंदे ने। उसनूं छड्डण दी भी हिम्मत नहीं पैंदी कि इसनूं छड्ड के होर राह पकड़ लईए, क्योंकि छड्डणगे तो लोकां विच जिहड़ी मान प्रतिष्ठा है, लोकां विच जो सत्कार मिलदा है, वो जांदा रहेगा। इसलिए हौसला भी नहीं पैंदा मार्ग नूं बदलण दा, क्योंकि हासिल कुछ नहीं होया, प्राप्ति कुछ भी नहीं हुई। जदों प्राप्ति हो जाती है, जदों सांझ पै जाती वाहिगुरू नाल, परमात्मा नाल, किसी भी राह ते चल के, तां उस वक्त सब एक दिस पैंदे ने। फिर मंदिर गुरुद्वारा मस्जिद सब एक नज़र आ जाते हैं, पर पहला पहल एक राह पकड़ना पैना, जां गुरुद्वारा जां मंदिर जां मस्जिद, एक शुरू विच एक फड़ना पैना है। पर लोग शुरू में कहते जी मंदिर भी जाइए, गुरुद्वारे भी जाइए, मस्जिद भी जाइए, किसी पीर फकीर ने भी जाइए, वो शुरू में शुरुआत इत्थों करना चाहते हैं। ये तो संभव नहीं ना है, इस तरह नहीं चल सकोगे। किश्तियां बहुत सारियां ने, जहाज बहुत सारे ने, पर सवार एक विच होना पैना है, राह एक ही पकड़ना पैना है। जिमें इस गुरुद्वारे नूं आउण लई बहुत सारे रस्ते ने, तुसीं सीधा सामने तो भी आ सकते हो, तुसीं सड़के सड़के मेन रोड तो भी आ सकते हो, तुसीं बैक साइड तो घूम के भी आ सकते हो, तुसीं 56 वाले पासों भी आ सकते हो। मार्ग बहुत सारे ने, इत्थे तक पहुंचण दे राह बहुत ने, पर ये तुसीं देखना कि तुहाडे लई कंफर्टेबल किहड़ा है, सौखा, जिहदे नाल आसानी नाल तुसीं पहुंच जावो, उही राह चुनिया ना। किसे नूं सीधा सीधा आउणा कि अपने घरों सीधा सीधा पार्क वल दी जां सीधा सीधा सामने तो सीधा आ गए, किसे नूं ये ठीक लगदा है। कोई 56 वाले पासे वो चाहे घूम के आ जावे सड़कों सड़की, चाहे वो विचकार दी आ जावे, चाहे वह घरां दे विचों गलियां दे विचों इधर दी हुंदा होया आ जावे, चाहे वह पिछों मेन रोड तो घूम के आ जावे। जिन्हों जिहो जिहा राह कंफर्टेबल है वो उहो जिहा चुन लवे, वो उहो जिहा राह इख्तियार कर ले। बस ऐसा ही कि जदों असीं जहाज़ विच सवार हो जांदे हां
ਤਾਂ ਅਸੀਂ ਕਿਨਾਰੇ ਲੱਗ ਜਾਂਦੇ ਹਾਂ, ਅਸੀਂ ਦੂਸਰੇ ਕਿਨਾਰੇ ਪਹੁੰਚ ਜਾਂਦੇ ਹਾਂ। ਪਰ ਜਦੋਂ ਬਿਰਤੀ ਇਹ ਲੱਗੀ ਰਵੇ ਕਿ ਨਹੀਂ ਇਸ ਕਿਸ਼ਤੀ ਵਿੱਚ ਵੀ ਬਹਿਣਾ ਹੈ, ਉਹਦੇ ਵਿੱਚ ਵੀ ਬਹਿਣਾ ਹੈ, ਉਹ ਫਲਾਣੀ ਕਿਸ਼ਤੀ ਵਿੱਚ ਵੀ ਬਹਿਣਾ ਹੈ, ਫਿਰ ਨਹੀਂ ਜੇ ਪਾਰ ਲੱਗਿਆ ਜਾਂਦਾ। ਫਿਰ ਨਹੀਂ ਪਾਰ ਲੰਘਿਆ ਜਾਂਦਾ ਕਿ ਪਹਿਲਾਂ ਮੈਂ ਮੰਦਿਰ ਜਾਵਾਂ, ਫਿਰ ਮੈਂ ਗੁਰਦੁਆਰੇ ਵੀ ਜਾਵਾਂ, ਫਿਰ ਮੈਂ ਮਸਜਿਦ ਵੀ ਜਾਵਾਂ, ਫਿਰ ਮੈਨੂੰ ਚਰਚ ਮਿਲ ਜਾਏ ਤੇ ਮੈਂ ਉੱਥੇ ਵੀ ਜਾਵਾਂ, ਉੱਥੇ ਵੀ ਕੈਂਡਲ ਬਾਲ ਆਵਾਂ। ਇੰਜ ਨਹੀਂ ਜੇ ਪਾਰ ਲੰਘਿਆ ਜਾਂਦਾ। ਨਾ ਤੇ ਬੰਦਾ ਆਪਣੇ ਆਪ ਪ੍ਰਤੀ ਇਮਾਨਦਾਰ ਰਹਿੰਦਾ ਹੈ, ਨਾ ਉਹ ਉਹਨਾਂ ਪ੍ਰਤੀ ਇਮਾਨਦਾਰ ਰਹਿੰਦਾ ਹੈ ਜਿਨ੍ਹਾਂ ਨੂੰ ਉਹ ਪੂਜਦਾ ਹੈ। ਕੋਈ ਵੀ ਇਸਤਰੀ ਇਹ ਕਦੇ ਪ੍ਰਵਾਨ ਨਹੀਂ ਕਰੇਗੀ ਕਿ ਉਹਦਾ ਪਤੀ ਉਹਦੇ ਤੋਂ ਬਿਨਾਂ ਹੋਰਨਾਂ ਨੂੰ ਵੀ ਮਿਲਦਾ ਹੋਵੇ। ਕੋਈ ਵੀ ਪਤੀ ਇਹ ਨਹੀਂ ਪ੍ਰਵਾਨ ਕਰੇਗਾ ਕਿ ਕੋਈ ਇਸਤਰੀ ਉਹਦੇ ਤੋਂ ਬਿਨਾਂ ਉਹਦੀ ਪਤਨੀ ਹੋਰਨਾਂ ਨਾਲ ਵੀ ਸੰਬੰਧ ਰੱਖੇ। ਕੋਈ ਨਹੀਂ ਪ੍ਰਵਾਨ ਕਰੇਗਾ। ਬਸ ਐਸਾ ਹੀ ਜਾਣ ਲਵੋ, ਐਸਾ ਹੀ ਸਮਝ ਲਵੋ ਕਿ ਧਰਮ ਦਾ ਮਾਰਗ ਵੀ ਐਸਾ ਹੀ ਹੈ। ਇੱਕ ਮਾਰਗ ਤੇ ਹੀ ਚੱਲਣਾ ਪਵੇਗਾ। ਉਹੀ ਪਤੀ ਪ੍ਰਮਾਤਮਾ ਜਿਹਨੂੰ ਤੁਸੀਂ ਜਾਣ ਲਿਆ ਕਿ ਗੁਰੂ ਨਾਨਕ ਦਾ ਲੜ ਫੜ ਲਿਆ ਤੇ ਬਸ ਉਹੀ ਸਭ ਕੁਝ। ਹੋਰ ਦਾ ਮਾਰਗ ਪਕੜ ਲਿਆ, ਮੰਦਰ ਦਾ ਰਾਹ ਫੜ ਲਿਆ ਤਾਂ ਉਹੀ ਸਭ ਕੁਝ। ਉਸ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਣਾ ਨਹੀਂ, ਸੁਣਨਾ ਨਹੀਂ, ਵਿਚਾਰਨਾ ਨਹੀਂ, ਕੁਛ ਨਹੀਂ, ਬਸ ਉਸੇ ਨੂੰ। ਲੋਕ ਭਾਵੇਂ ਕਹਿਣ ਕਿ ਇਹ ਬੰਦਾ ਅੰਧ ਵਿਸ਼ਵਾਸੀ ਹੈ, ਕੋਈ ਫਰਕ ਨਹੀਂ ਪੈਂਦਾ। ਲੋਕ ਜੋ ਮਰਜ਼ੀ ਕਹਿਣ, ਬਸ ਰਾਹ ਪਕੜ ਲਿਆ ਤਾਂ ਪਕੜ ਲਿਆ। ਗੁਰੂ ਨਾਨਕ ਦਾ ਮਾਰਗ ਪਕੜ ਲਿਆ, ਲੋਕ ਜੋ ਮਰਜ਼ੀ ਕਹਿਣ ਕਹੀ ਜਾਣ। ਸਤਿਗੁਰੂ ਕਹਿੰਦੇ ਜਦੋਂ ਉਸ ਇੱਕ ਵਾਹਿਗੁਰੂ ਨਾਲ ਜੁੜਨਾ ਹੈ ਨਾ, ਤਾਂ ਇਸ ਤਰ੍ਹਾਂ ਇੱਕ ਹੀ ਰਾਹ ਪਕੜਨਾ ਪੈਂਦਾ ਹੈ। ਬਹੁਤੇ ਰਾਹ ਪਕੜ ਕੇ ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਬਹੁਤੇ ਰਾਹਾਂ ਰਾਹੀਂ ਨਹੀਂ। ਇਸ ਲਈ ਬਹੁਤੀ ਵੇਰਾ ਐਸਾ ਹੁੰਦਾ, ਇੱਕ ਪੰਜਾਬੀ ਦੀ ਸਾਡੀ ਕਹਾਵਤ ਹੈ ਕਿ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ। ਕਿ ਜਿਹੜਾ ਬੰਦਾ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਹੋਵੇ ਨਾ, ਕਿ ਉਹ ਭੁੱਖਾ ਰਹਿ ਜਾਂਦਾ ਹੈ। ਉਹਨੂੰ ਹਾਸਲ ਕਿਤੇੋਂ ਵੀ ਕੁਝ ਨਹੀਂ ਹੁੰਦਾ। ਇੱਕੋ ਹੀ ਮੁਹੱਲੇ ਵਿੱਚ, ਇੱਕੋ ਹੀ ਥਾਂ ਉਹਦੀ ਕਈ ਰਿਸ਼ਤੇਦਾਰੀ ਹੈ, ਉਹ ਸਾਰਿਆਂ ਦੇ ਘਰ ਹੀ ਜਾਂਦਾ ਹੈ। ਸਭ ਇਹੀ ਸੋਚਦੇ ਨੇ ਕਿ ਪਿਛਲਿਆਂ ਨੇ ਚਾਹ ਪਾਣੀ ਪੁੱਛ ਲਿਆ ਹੋਣਾ, ਪਿਛਲਿਆਂ ਨੇ ਖਿਲਾ ਪਿਲਾ ਦਿੱਤਾ ਹੋਣਾ, ਤੇ ਉਹ ਸਾਰਿਆਂ ਦੇ ਵਿੱਚੋਂ ਇਵੇਂ ਆ ਜਾਂਦਾ, ਉਹਨੂੰ ਖਿਲਾਉਂਦਾ ਪਿਲਾਉਂਦਾ ਕੋਈ ਵੀ ਨਹੀਂ, ਭੁੱਖਾ ਹੀ ਰਹਿ ਜਾਂਦਾ। ਇਸੇ ਤਰ੍ਹਾਂ ਜਿਹੜੇ ਲੋਕ ਬਹੁਤਿਆਂ ਧਰਮਾਂ ਨਾਲ ਜੁੜੇ ਹੁੰਦੇ ਨੇ, ਬਹੁਤੇ ਗੁਰੂ ਪੀਰਾਂ ਨਾਲ ਜੁੜੇ ਹੁੰਦੇ ਨੇ, ਉਹ ਖਾਲੀ ਰਹਿ ਜਾਂਦੇ ਨੇ। ਪੂਜਾ ਪਾਠ ਬਹੁਤ ਕਰਦੇ ਨੇ ਪਰ ਮਿਲਦਾ ਕੁਝ ਵੀ ਨਹੀਂ, ਹਾਸਲ ਕੁਝ ਵੀ ਨਹੀਂ ਹੁੰਦਾ, ਖਾਲੀ। ਇਸ ਲਈ ਇੱਕ ਰਾਹ ਪਕੜਨਾ, ਇੱਕ ਉਸ ਇੱਕ ਸਾਹਿਬ ਨਾਲ ਜੁੜਨਾ, ਉਸ ਵਾਹਿਗੁਰੂ ਨਾਲ ਸਾਂਝ ਪਾਉਣੀ, ਤਾਂ ਇੱਕ ਹੀ ਰਾਹ ਪਕੜਨਾ ਪਵੇਗਾ। ਸਤਿਗੁਰੂ ਕਹਿੰਦੇ ਇੱਕੋ ਹੈ ਭਾਈ, ਇੱਕੋ ਹੈ। ਉਹ ਮੇਰਾ ਵਾਹਿਗੁਰੂ ਇੱਕ ਹੈ। ਉਸ ਨੂੰ ਮੈਂ ਜਾਣ ਲਿਆ, ਉਸ ਨੂੰ ਮੈਂ ਗੁਰੂ ਦਾ ਲੜ ਫੜ ਕੇ ਜਾਣ ਲਿਆ। ਗੁਰੂ ਨੇ ਮੈਨੂੰ ਉਸ ਇੱਕ ਤੱਕ ਪਹੁੰਚਾ ਦਿੱਤਾ। ਗੁਰੂ ਨੇ ਮੈਨੂੰ ਉਸ ਇੱਕ ਤੱਕ ਪਹੁੰਚਾ ਦਿੱਤਾ। ਤੇ ਹੁਣ ਜਦੋਂ ਉਸ ਇੱਕ ਤੱਕ ਪਹੁੰਚ ਗਏ, ਜਦੋਂ ਉਹਦੇ ਨਾਲ ਸਾਂਝ ਪੈ ਗਈ, ਤਾਂ ਫਿਰ ਮੰਦਿਰ ਵਿੱਚ ਵੀ ਉਹੀ ਦਿਸ ਪਿਆ, ਗੁਰਦੁਆਰੇ ਵਿੱਚ ਵੀ ਉਹੀ ਦਿਸ ਪਿਆ, ਮਸਜਿਦ ਵਿੱਚ ਵੀ ਉਹੀ ਦਿਸ ਪਿਆ, ਚਰਚ ਵਿੱਚ ਵੀ ਉਹੀ ਦਿਸ ਪਿਆ, ਹਰ ਇੱਕ ਦੇ ਵਿੱਚ ਉਹੀ ਦਿਸ ਪਿਆ। ਪਰ ਉਦੋਂ ਜਦੋਂ ਇੱਕ ਦਾ ਰਾਹ ਪਕੜ ਕੇ ਜਾਣਿਆ, ਪਹਿਲਾਂ ਸ਼ੁਰੂਆਤ 'ਚ ਨਹੀਂ, ਬਾਅਦ ਵਿੱਚ ਜਦੋਂ ਸੋਝੀ ਆ ਗਈ, ਜਦੋਂ ਸਮਝ ਆ ਗਈ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਜੇਤਾ ਸ਼ਬਦ ਸੁਰਤ ਹੈ ਤੇਤੀ, ਜੇਤਾ ਰੂਪ ਕਾਇਆ ਤੇਤੀ। ਸਤਿਗੁਰੂ ਕਹਿੰਦੇ ਜੇਤਾ ਸ਼ਬਦ, ਜਿੰਨਾ ਇਹ ਸ਼ਬਦ ਹੈ, ਸੁਰਤ ਧੁਨ ਤੇਤੀ, ਜੋ ਸ਼ਬਦ, ਜੋ ਆਵਾਜ਼ ਸੁਣਦੇ ਹਾਂ ਅਸੀਂ ਆਪਣੇ ਕੰਨ ਰਾਹੀਂ। ਜੇਤਾ ਸ਼ਬਦ ਸੁਰਤ ਤੇ ਸੁਰਤੀ ਜੋੜ ਕੇ ਜੋ ਧੁਨ ਨੂੰ ਸੁਣਨ ਦਾ ਯਤਨ ਕਰਦੇ ਹਾਂ, ਧੁਨ ਤੇਤੀ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ। ਇਹ ਜਿੰਨਾ ਰੂਪ ਹੈ, ਜੇਤਾ ਰੂਪ, ਇਹ ਜਿੰਨਾ ਰੂਪ ਨਜ਼ਰ ਆਉਂਦਾ ਨਾ ਸਾਨੂੰ ਸੰਸਾਰ ਦਾ, ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਇਹ ਤੇਰੀ ਕਾਇਆ ਹੈ, ਤੇਰਾ ਸਰੀਰ ਹੈ। ਇਹ ਜੋ ਆਵਾਜ਼ ਸੁਣਾਈ ਦਿੰਦੀ ਹੈ ਤੇਰੀ ਆਵਾਜ਼ ਹੈ, ਜੋ ਧੁਨ ਸੁਣਾਈ ਦਿੰਦੀ ਹੈ ਤੇਰੀ ਹੀ ਧੁਨ ਹੈ, ਜੋ ਰੂਪ ਦਿਖਾਈ ਦਿੰਦਾ ਹੈ ਤੇਰਾ ਹੀ ਰੂਪ ਹੈ, ਤੇਰੀ ਹੀ ਦੇਹੀ ਹੈ। ਕਿਉਂਕਿ ਇੱਕ ਪਕੜ ਵਿੱਚ ਆ ਗਿਆ ਨਾ,
ਇੱਕ ਦਿਸ ਪਿਆ ਸਾਹਿਬ ਮੇਰਾ ਇੱਕੋ ਹੈ, ਤਾਂ ਫਿਰ ਮੰਦਰ ਕੀ ਤੇ ਗੁਰਦੁਆਰਾ ਕੀ, ਹਿੰਦੂ ਕੀ ਤੇ ਮੁਸਲਿਮ ਕੀ, ਜੈਨੀ ਯਹੂਦੀ ਕੀ, ਪਾਰਸੀ ਬੋਧੀ ਕੀ, ਸਿੱਖ ਕੀ, ਸਭ ਇੱਕ ਹੀ ਦਿਸ ਪਿਆ। ਸਤਿਗੁਰੂ ਕਹਿੰਦੇ ਸਭ ਥਾਈਂ ਉਹੀ, ਸਭ ਥਾਈਂ ਉਹੀ। ਉਹਦੀ ਅਜ਼ਾਨ ਵਿੱਚੋਂ ਵੀ ਉਹੀ ਸੁਣ ਪਿਆ ਤੇ ਮੰਦਰ ਵਿੱਚ ਵੱਜਦੀਆਂ ਘੰਟੀਆਂ ਤੋਂ, ਵੱਜਦੇ ਟੱਲਾਂ ਤੋਂ ਵੀ ਉਹੀ ਸੁਣ ਪਿਆ ਕਿ ਉਹਦੇ ਹੀ ਟੱਲ, ਕਿਉਂਕਿ ਸ਼ਬਦ ਤੇ ਉਹੀ ਹੈ। ਗੀਤਾ ਦੇ ਵੇਦ ਮੰਤਰਾਂ ਦੇ, ਵੇਦਾਂ ਦੇ ਪਾਠ ਤੋਂ ਵੀ ਉਹਦੀ ਧੁਨ ਸੁਣ ਪਈ ਤੇ ਕੁਰਾਨ ਦੀਆਂ ਆਇਤਾਂ ਤੋਂ ਵੀ ਉਹੀ ਸੁਣ ਪਿਆ। ਸਤਿਗੁਰੂ ਕਹਿੰਦੇ ਜੇਤਾ ਸ਼ਬਦ ਸੁਰਤ ਧੁਨ ਕਹਤੀ। ਜਦੋਂ ਸੁਰਤ ਵਾਹਿਗੁਰੂ ਵਿੱਚ ਲੱਗੀ ਹੋਵੇ ਤਾਂ ਹਰ ਆਵਾਜ਼, ਹਰ ਸ਼ਬਦ ਉਹਦਾ ਹੀ ਸੁਣਦਾ ਹੈ, ਕਿਉਂਕਿ ਜਿੱਥੇ ਸਾਡੀ ਸੁਰਤ ਲੱਗੀ ਹੈ ਸਾਨੂੰ ਉਹੀ ਸੁਣਾਈ ਦਿੰਦਾ ਹੈ, ਉਹੀ ਦਿਖਾਈ ਦਿੰਦਾ ਹੈ। ਜਿੱਥੇ ਸਾਡੀ ਸੁਰਤੀ ਟਿਕੀ ਹੈ। ਇਸ ਲਈ ਸਤਿਗੁਰੂ ਕਹਿੰਦੇ ਇਹ ਸਭ ਉਸੇ ਦਾ ਹੈ, ਉਹਦਾ ਰੂਪ ਹੈ। ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਹੇ ਮੇਰੀ ਮਾਂ, ਮੈਂ ਕੀ ਕਹਾਂ ਉਸ ਵਾਹਿਗੁਰੂ ਤੋਂ ਬਿਨਾਂ ਦੂਸਰਾ। ਉਹੀ ਰਸਨਾ, ਉਹੀ ਸਭ ਰਸਾਂ ਦੇ ਵਿੱਚ ਰਸਿਆ ਹੋਇਆ, ਉਹੀ ਸਭ ਥਾਈਂ ਬਸਿਆ ਹੋਇਆ। ਮੈਂ ਜਿਸ ਵੀ ਚੀਜ਼ ਦਾ ਸਵਾਦ ਚੱਖਦਾ ਮੈਨੂੰ ਵਾਹਿਗੁਰੂ ਦਾ ਹੀ ਸਵਾਦ ਆਉਂਦਾ। ਮੈਂ ਜੋ ਵੀ ਗੱਲ ਆਪਣੀ ਰਸਨਾ ਤੋਂ ਬੋਲਦਾ ਮੈਨੂੰ ਲੱਗਦਾ ਮੈਂ ਵਾਹਿਗੁਰੂ ਦੀ ਗੱਲ ਹੀ ਬੋਲਦਾ। ਆਪੇ ਬਸਣਾ, ਉਹੀ ਬਸਿਆ ਹੋਇਆ, ਉਹਦਾ ਹੀ ਬਾਸਾ ਹਰ ਥਾਈਂ, ਜਾਂ ਇੰਜ ਕਹਿ ਲਈਏ ਉਹਦੀ ਹੀ ਵਾਸ਼ਨਾ ਹਰ ਥਾਂ। ਵਾਸ਼ਨਾ ਮਤਲਬ ਖੁਸ਼ਬੂ, ਉਹੀ ਹਰ ਥਾਈਂ ਵਸਿਆ, ਉਹਦੀ ਹੀ ਖੁਸ਼ਬੂ ਹਰ ਸਰੀਰ ਵਿੱਚੋਂ ਆ ਜਾਂਦੀ ਹੈ, ਉਹਦੀ ਖੁਸ਼ਬੂ ਮਿਲ ਜਾਂਦੀ ਹਰ ਥਾਂ ਤੋਂ। ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਮੈਂ ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੁਛ ਕਹਿੰਦਾ ਹੀ ਨਹੀਂ, ਮੈਂ ਉਸ ਤੋਂ ਬਿਨਾਂ ਕੁਛ ਹੋਰ ਕਹਿੰਦਾ ਹੀ ਨਹੀਂ, ਸਿਰਫ ਉਹੀ। ਉਸ ਤੋਂ ਬਿਨਾਂ ਹੋਰ ਕਹਾਂਗੇ ਵੀ ਕੀ, ਉਸ ਤੋਂ ਬਿਨਾਂ ਹੋਰ ਕਹੋਗੇ ਕੀ। ਗੁਰੂ ਨਾਨਕ ਸਾਹਿਬ ਦੇ ਤੁਸੀਂ ਸ਼ਬਦ ਪੜ੍ਹਿਓ, ਗੁਰੂ ਨਾਨਕ ਬਾਣੀ ਇਕੱਲੀ ਪੜ੍ਹਿਓ, ਕਿਤੇ ਮਿਲ ਜਾਂਦੀ ਹੈ ਤੁਹਾਨੂੰ, ਸਾਰੇ ਸ਼ਬਦ ਮਿਲਣਗੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ। ਤੁਹਾਨੂੰ ਰਾਮ ਵੀ ਮਿਲ ਜਾਏਗਾ ਸ਼ਬਦ, ਤੁਹਾਨੂੰ ਕ੍ਰਿਸ਼ਨ ਸ਼ਬਦ ਵੀ ਮਿਲ ਜਾਏਗਾ, ਤੁਹਾਨੂੰ ਅੱਲਾ ਵੀ ਮਿਲ ਜਾਏਗਾ, ਖੁਦਾ ਵੀ ਮਿਲ ਜਾਏਗਾ, ਹੋਰ ਵੀ ਬਹੁਤ ਸਾਰੇ ਸ਼ਬਦ ਜਿੰਨੇ ਪ੍ਰਮਾਤਮਾ ਨਾਲ ਸੰਬੰਧਿਤ ਨੇ ਉਹ ਸਭ ਮਿਲ ਜਾਣਗੇ। ਉਹਨਾਂ ਨੇ ਸਭ ਸ਼ਬਦ ਵਰਤੇ, ਕਿਉਂ? ਕੋਈ ਇੱਕ ਸ਼ਬਦ ਵੀ ਤਾਂ ਵਰਤ ਸਕਦੇ ਸੀ, ਉਹਨਾਂ ਨੇ ਸ਼ਬਦ ਸਾਰੇ ਵਰਤ ਲਏ ਜੋ ਵੀ ਉਸ ਵੇਲੇ ਪ੍ਰਮਾਤਮਾ ਲਈ, ਖੁਦਾ ਲਈ ਵਰਤੇ ਜਾਂਦੇ ਸਨ। ਉਹਨਾਂ ਨੇ ਸਾਰੇ ਸ਼ਬਦ ਵਰਤ ਕੇ ਦਰਸਾਇਆ ਕਿ ਦਰਸਾਇਆ ਇਹੀ ਕਿ ਉਸ ਇੱਕ ਵਾਹਿਗੁਰੂ ਦੇ ਹੀ ਇਹ ਸਾਰੇ ਨਾਮ ਨੇ, ਕਿ ਉਸ ਇੱਕ ਵਾਹਿਗੁਰੂ ਦੇ ਹੀ ਇਹ ਸਭ ਨਾਮ ਨੇ। ਇਸ ਲਈ ਮੈਂ ਅੱਲਾ ਕਹਿ ਲਵਾਂ ਤਾਂ ਵੀ ਉਸ ਵਾਹਿਗੁਰੂ ਨੂੰ ਹੀ ਕਹਿੰਦਾ ਵਾਂ, ਮੈਂ ਰਾਮ ਕਹਿ ਲਵਾਂ ਤਾਂ ਵੀ ਉਸ ਨੂੰ ਹੀ ਪੁਕਾਰਦਾ ਵਾਂ, ਮੈਂ ਠਾਕੁਰ ਕਹਿ ਲਵਾਂ, ਗੋਪਾਲ ਕਹਿ ਲਵਾਂ, ਪ੍ਰਤਪਾਲਕ ਕਹਿ ਲਵਾਂ, ਗੋਬਿੰਦ ਕਹਿ ਲਵਾਂ, ਜੋ ਵੀ ਕਹਿ ਲਵਾਂ ਸਭ ਉਸੇ ਨੂੰ ਹੀ ਆਵਾਜ਼ਾਂ ਜਾਂਦੀਆਂ ਨੇ। ਇਸ ਲਈ ਅਵਰ ਨਾ ਦੂਜਾ ਕਹੋ ਮਾਈ, ਮੈਂ ਕੁਛ ਹੋਰ ਕਹਿੰਦਾ ਹੀ ਨਹੀਂ, ਜੋ ਵੀ ਨਾਮ ਲੈਂਦਾ ਵਾ ਉਹਦਾ ਹੀ ਹੈ, ਉਸ ਤੋਂ ਬਿਨਾਂ ਹੈ ਹੀ ਨਹੀਂ ਹੋਰ। ਅਵਰ ਨਾ ਦੂਜਾ ਕਹੋ ਮਾਈ, ਮੈਂ ਹੋਰ ਕੁਛ ਨਹੀਂ ਕਹਿੰਦਾ ਦੂਸਰਾ ਉਹਦੇ ਤੋਂ ਬਿਨਾਂ। ਇਸ ਲਈ ਸਤਿਗੁਰੂ ਸਮਝਾਉਂਦੇ ਆਪੇ ਵੇਖੈ ਉਹੀ ਵਾਹਿਗੁਰੂ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ ਰਹਾਉ। ਆਪੇ ਮਾਰੇ ਆਪੇ ਛੋੜੈ, ਉਹੀ ਮਾਰਨ ਵਾਲਾ ਹੈ, ਉਹੀ ਮਾਰਨ ਵਾਲਾ ਹੈ,
ਹੁਣ ਖਿਆਲ ਰੱਖਣਾ ਕਿ ਜਦ ਮਾਰਨ ਵਾਲਾ ਪ੍ਰਮਾਤਮਾ ਹੈ ਤਾਂ ਫਿਰ ਮਰਨ ਤੋਂ ਡਰ ਕਿਸ ਗੱਲ ਦਾ? ਭਗਤ ਡਰਦਾ ਕਿਉਂ ਨਹੀਂ? ਗੁਰਮੁਖ ਕਿਉਂ ਨਹੀਂ ਡਰਦਾ ਮਰਨ ਤੋਂ? ਉਹ ਇਸ ਲਈ ਨਹੀਂ ਡਰਦਾ, ਉਹ ਕਹਿੰਦਾ ਕਿ ਜਦ ਮੌਤ ਹੀ ਰੱਬ ਨੇ ਦੇਣੀ ਹੈ ਤਾਂ ਫਿਰ ਡਰਨਾ ਕਿਉਂ? ਇਸ ਲਈ ਤੇ ਕਬੀਰ ਸਾਹਿਬ ਕਹਿੰਦੇ ਮੋਹੇ ਮਰਨੇ ਕਾ ਚਾਓ ਹੈ। ਮੈਨੂੰ ਚਾਹ ਹੈ, ਕਿਉਂ? ਕਿਉਂਕਿ ਪ੍ਰਮਾਤਮਾ ਨੇ ਮੌਤ ਦੇਣੀ ਹੈ, ਤਾਂ ਫਿਰ ਮੈਂ ਡਰਾਂ ਕਿਉਂ? ਜੇ ਤਾਂ ਕਿਸੇ ਹੋਰ ਨੇ ਮੌਤ ਦੇਣੀ ਹੋਵੇ ਨਾ ਤਾਂ ਫਿਰ ਮੈਂ ਕਹਾਂ ਕਿ ਹਾਂ ਜੀ ਮੈਨੂੰ ਬਹੁਤ ਡਰ ਲੱਗਦਾ ਹੈ। ਪਰ ਸਤਿਗੁਰੂ ਕਹਿੰਦੇ ਮੈਂ ਕਿਉਂ ਡਰਾਂ? ਕਿਉਂਕਿ ਮਾਰਨ ਵਾਲਾ ਤਾਂ ਉਹੀ ਹੈ। ਆਪੇ ਮਾਰੇ ਆਪੇ ਛੁੱਟੇ, ਤੇ ਜੇ ਉਹ ਛੱਡਣਾ ਚਾਹੇ, ਉਹ ਰੱਖਣਾ ਚਾਹੇ ਤਾਂ ਉਹ ਰੱਖ ਵੀ ਆਪ ਹੀ ਲੈਂਦਾ। ਭਗਤ ਨੂੰ ਮੌਤ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਨਹੀਂ ਫਰਕ ਪੈਂਦਾ। ਉਹ ਤਿਆਰ ਬੈਠਾ ਰਹਿੰਦਾ। ਉਹ ਕਹਿੰਦਾ ਮੌਤ ਵੀ ਤੇਰੀ ਹੈ, ਜੀਵਨ ਵੀ ਤੇਰਾ। ਜੀਵਨ ਵੀ ਤੇਰੇ ਭਾਣੇ ਵਿੱਚ, ਮੌਤ ਵੀ ਤੇਰੇ ਭਾਣੇ ਵਿੱਚ। ਸੁੱਖ ਵੀ ਤੂੰ ਦਿੰਦਾ, ਦੁੱਖ ਵੀ ਤੂੰ ਦਿੰਦਾ। ਇਸ ਲਈ ਦੁੱਖ ਕਿਸੇ ਗੱਲ ਦਾ ਕੋਈ ਹੈ ਹੀ ਨਹੀਂ। ਇਸ ਲਈ ਭਗਤੀ ਨੂੰ, ਭਗਤੀ ਮਾਰਗ ਨੂੰ ਸਮਝਣਾ ਬੜਾ ਕਠਿਨ ਜਿਹਾ ਕੰਮ ਹੈ ਥੋੜਾ, ਕਿਉਂਕਿ ਸਾਡੀ ਬੁੱਧੀ ਕਿਸੇ ਹੋਰ ਐਂਗਲ ਤੋਂ ਵੇਖਦੀ ਹੈ ਤੇ ਭਗਤ ਦਾ ਨਜ਼ਰੀਆ ਕੁਝ ਹੋਰ ਹੈ। ਉਹ ਕਹਿੰਦਾ ਮੈਂ ਡਰਦਾ ਨਹੀਂ ਮੌਤ ਤੋਂ, ਕਿਉਂ? ਕਿਉਂਕਿ ਮੌਤ ਰੱਬ ਨੇ ਦੇਣੀ ਹੈ ਤੇ ਪ੍ਰਮਾਤਮਾ ਜੋ ਦਿੰਦਾ ਉਹ ਗਲਤ ਹੁੰਦਾ ਹੀ ਨਹੀਂ, ਉਹ ਚੰਗਾ ਹੀ ਹੁੰਦਾ ਸਭ। ਆਪੇ ਮਾਰੇ ਆਪੇ ਛੋੜੈ, ਆਪੇ ਲੈਵੈ ਦੇ। ਆਪ ਹੀ ਲੈਂਦਾ ਤੇ ਆਪ ਹੀ ਦਿੰਦਾ, ਆਪ ਹੀ ਉਹ ਦਾਤਾਂ ਦਿੰਦਾ ਸਾਨੂੰ, ਤੇ ਸਾਡੇ ਸਾਰਿਆਂ ਦੇ ਅੰਦਰ ਬਹਿ ਕੇ ਆਪ ਹੀ ਉਹਨਾਂ ਚੀਜ਼ਾਂ ਨੂੰ ਲੈਂਦਾ। ਇਸ ਲਈ ਸਤਿਗੁਰੂ ਕਹਿੰਦੇ ਆਪੇ ਵੇਖੈ ਆਪੇ ਵਿਗਸੈ। ਉਹ ਆਪ ਹੀ ਸਭ ਕੁਝ ਵੇਖਦਾ, ਸਭ ਕਾਸੇ ਦੀ ਸੰਭਾਲ ਕਰਦਾ ਤੇ ਆਪ ਹੀ ਉਹਨੂੰ ਵੇਖ ਕੇ ਵਿਗਸਦਾ, ਪ੍ਰਸੰਨ ਹੁੰਦਾ, ਵਿਗਸਦਾ, ਖੁਸ਼ ਹੁੰਦਾ। ਅਸੀਂ ਕੀ ਕਰਦੇ ਹਾਂ? ਉਹ ਸਾਡੇ ਵੱਲੋਂ ਕੀਤੇ ਕਰਮ ਨੂੰ ਵੇਖ ਕੇ ਖੁਸ਼ ਹੁੰਦਾ। ਤੁਸੀਂ ਆਪਣੇ ਬੱਚੇ ਨੂੰ ਦੇਖਦੇ ਹੋਵੋਗੇ, ਉਹਨੂੰ ਦੇਖ ਦੇਖ ਕੇ ਖੁਸ਼ ਹੁੰਦੇ ਹੋ। ਜਿੱਥੇ ਕਿਤੇ ਉਹ ਡਿੱਗਣ ਲੱਗਦਾ ਹੈ ਤਾਂ ਉਹਨੂੰ ਸੰਭਾਲਦੇ ਵੀ ਹੋ, ਉਹਨੂੰ ਵੇਖਦੇ ਵੀ ਹੋ। ਸਤਿਗੁਰੂ ਕਹਿੰਦੇ ਆਪੇ ਵੇਖੈ ਆਪੇ ਵਿਗਸੈ। ਆਪੇ ਨਦਰ ਕਰੇ, ਆਪ ਹੀ ਨਦਰ ਕਰਦਾ ਹੈ ਉਹਦੇ ਤੇ, ਆਪ ਹੀ ਉਹ ਸਾਡੇ ਤੇ ਮਿਹਰ ਦੀ ਨਦਰ ਕਰਦਾ ਹੈ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਈ। ਜੋ ਕੁਛ ਉਸ ਵਾਹਿਗੁਰੂ ਨੇ ਕਰਨਾ ਹੈ ਉਹ ਕਰ ਰਿਹਾ, ਉਹ ਕਰ ਹੀ ਰਿਹਾ ਹੈ। ਜੋ ਉਹਨੇ ਕਰਨਾ ਹੈ ਨਾ ਉਹ ਹੁਣ ਕਰ ਰਿਹਾ ਹੈ। ਉਹਦੇ ਤੋਂ ਬਿਨਾਂ ਅਵਰ ਨਾ ਕਰਨਾ ਜਾਈ, ਉਹਦੇ ਹੁਕਮ ਤੋਂ ਉਲਟ ਕੁਛ ਹੋਰ ਕੀਤਾ ਨਹੀਂ ਜਾ ਸਕਦਾ, ਉਹਦੇ ਤੋਂ ਵੱਖਰਾ ਕੁਛ ਨਹੀਂ ਕੀਤਾ ਜਾ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਜੈਸਾ ਵਰਤੈ ਤੈਸੋ ਕਹੀਐ। ਉਹ ਵਾਹਿਗੁਰੂ ਜਿਹੋ ਜਿਹਾ ਵਰਤਦਾ ਹੈ ਉਹਨੂੰ ਵੈਸਾ ਹੀ ਕਿਹਾ ਜਾਂਦਾ ਹੈ। ਜਿਹੋ ਜਿਹਾ ਉਹਦਾ ਕਰਮ ਦੇਖਦੇ ਆ ਨਾ ਅਸੀਂ ਉਹੋ ਜਿਹਾ ਉਹਦਾ ਨਾਮ ਲੈ ਲੈਂਦੇ ਆ, ਉਹੋ ਜਿਹਾ ਉਹਦਾ ਨਾਮ ਰੱਖ ਦਿੰਦੇ ਆ। ਜਿਵੇਂ ਉਹ ਸਾਡੇ ਔਗਣ ਬਖਸ਼ ਦਿੰਦਾ, ਇਸ ਲਈ ਅਸੀਂ ਉਹਨੂੰ ਬਖਸ਼ਿੰਦ ਕਹਿਣ ਲੱਗ ਪੈਂਦੇ ਆ। ਉਹ ਧਰਤੀ ਨੂੰ ਪਾਲਣ ਵਾਲਾ ਹੈ, ਇਸ ਲਈ ਉਹਨੂੰ ਗੋਪਾਲ ਕਹਿ ਦਿੰਦੇ ਆ। ਉਹ ਪ੍ਰਤਪਾਲਣਾ ਕਰਦਾ ਹੈ ਹਰ ਪ੍ਰਤੀ ਜੀਵ ਦੀ, ਤਾਂ ਇਸ ਲਈ ਉਹਨੂੰ ਪ੍ਰਤਪਾਲਕ ਕਹਿਣ ਲੱਗ ਜਾਂਦੇ ਆ। ਸਤਿਗੁਰੂ ਕਹਿੰਦੇ ਜੈਸੋ ਵਰਤੈ ਤੈਸੋ ਕਹੀਐ। ਜਿਹੋ ਜਿਹਾ ਪ੍ਰਮਾਤਮਾ ਵਰਤਦਾ ਅਸੀਂ ਉਹੋ ਜਿਹਾ ਉਹਦਾ ਨਾਮ ਲੈ ਕੇ ਉਸ ਨੂੰ ਪੁਕਾਰਨਾ ਸ਼ੁਰੂ ਕਰ ਦਿੰਦੇ ਆ। ਇਸ ਲਈ ਉਹ ਰਮਿਆ ਹੋਇਆ, ਇਸ ਕਰਕੇ ਉਹਨੂੰ ਰਾਮ ਰਾਮ ਕਹਿਣ ਲੱਗ ਜਾਂਦੇ ਆ। ਰਾਮ ਰਾਮ ਰਮਿਆ ਹੋਇਆ, ਵਸਿਆ ਹੋਇਆ ਕਣ ਕਣ ਵਿੱਚ। ਇਸ ਲਈ ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਹੀ ਸਭ ਹੈ। ਜੈਸਾ ਵਰਤੈ ਤੈਸੋ ਕਹੀਐ, ਸਭ ਤੇਰੀ ਵਡਿਆਈ ਹੈ ਵਾਹਿਗੁਰੂ, ਇਹ ਸਭ ਤੇਰੀ ਵਡਿਆਈ ਹੈ। ਕਲ ਕਲਵਾਲੀ ਮਾਇਆ ਮਦ ਮੀਠਾ। ਕਲ ਕਲਵਾਲੀ, ਕਲਯੁਗੀ ਸੁਭਾਅ। ਕਲਯੁਗੀ ਸੁਭਾਅ ਜਿਹੜਾ ਹੈ ਨਾ ਇਹ ਕਲਵਾਲੀ ਹੈ। ਕਲਵਾਲੀ ਮਤਲਬ ਸ਼ਰਾਬ ਪਿਲਾਉਣ ਵਾਲੀ।
शराब का प्याला भर के देण वाली कलवाली, कलयुगी सुभाव, बंदे की बिरती। सतगुरु कहते कल कलवाली माया मद मीठा, ते माया दा मद, माया दा नशा बड़ा मिठा है, बड़ा प्यारा है। माया बड़ी प्यारी है ना, देखण नूं बड़ी प्यारी लगदी है, उहदियां गल्लां सुणन नूं बड़ियां प्यारियां लगदियां, बड़ा चंगा लगदा है उस नूं सुन के, उहनूं वेख के, उहनूं वरत के। सतगुरु कहंदे माया दे नशे दी दे विच बंदा ऐसा हुंदा है। कल कलवाली माया मद मीठा, ते मन जिहड़ा है वो इस नशे नूं पीण वाला। मन मतवाला पीवत रहे, मन जिहड़ा है ना इस नशे नूं, माया दे नशे नूं पींदा रहिंदा रोज हर पल, ये मस्त होया पी रहा है। ते बंदे दी जिहड़ा ये सुभाਅ है कलयुगी सुभाਅ, इहदी भैड़ी बिरती इहनूं पलाउण लगी हुई है, ते मन पी रहा है। मन मतवाला पीवत रहे, आपे रूप करे बहु भांति। परमात्मा आप ही अपने बेअंत रूपां दे विच प्रगट हुंदा है। आपे रूप करे बहु भांति, नानक बपुड़ा एव कहे। सतगुरु कहंदे नानक विचारा ये कहंदा है कि वो परमात्मा आप ही वख-वख रूपां दे विच रविया होया। बेअंत रूप ये सब उसे परमात्मा दे, उसे वाहिगुरू दे ने। ये सब रूप ओहदे ने, ओहदे तो बिना कुछ भी नहीं है। ये सब रूप ओहदे, जदों असीं उस एक नूं जाण लैंदे आ तां सब रूप ओहदे ही नज़र आउंदे ने। इसलिए उस एक नूं जानना, उस एक नूं, उस एक दे राही सब कुछ जाणिया जा सकता है। सतगुरु रहमत करे उस एक दे नाल साडी सांझ पवे, जिहड़ा सब अंदर समाया होया होईयां भुल्लां लिखेवा। सतगुरु जी अते आप सरबत संगत बख्शण जो, भुल्लां ना चितारदे होए आखो जी वाहिगुरू जी का खालसा वाहिगुरू जी की फतेह।